ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਖਬਰਾਂ ਦੀ। ਨਜ਼ਰ ਮਾਰਦੇ ਹਾਂ ਇਹਨਾਂ ਖਬਰਾਂ ਉੱਪਰ। ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਬਾਈਡਨ ਵੱਲੋਂ ਕੁਝ ਖਾਸ ਲੋਕਾਂ ਦਾ ਧੰਨਵਾਦ ਕੀਤਾ ਗਿਆ। ਮਿਡ ਟਰਮ ਇਲੈਕਸ਼ਨਸ ਤੋਂ ਪਹਿਲਾਂ ਉਹ ਬੋਲਦੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਵੱਲੋਂ तमाम ਮੈਂਬਰ ਅਤੇ ਵੋਲੰਟੀਅਰਸ ਦਾ ਧੰਨਵਾਦ ਕੀਤਾ ਗਿਆ ਹੈ। ਚੋਣਾਂ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਕੁਝ ਖਾਸ ਲੋਕਾਂ ਦਾ ਧੰਨਵਾਦ ਕਰਦੇ ਹੋਏ ਦਿਖਾਈ ਦਿੱਤੇ। ਮਿਡ ਟਰਮ ਇਲੈਕਸ਼ਨਸ ਦੇ ਬਾਰੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਨਾਲ ਹੀ ਉਹਨਾਂ ਨੇ ਡੈਮੋਕ੍ਰੈਟਿਕ ਸਟਾਫ ਤੇ ਵੋਲੰਟੀਅਰ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਨੌਕਰੀਆਂ ਦੇ ਬਾਰੇ ਵੀ ਰਾਸ਼ਟਰਪਤੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। We, the Democrats, are the ones that are fiscally responsible. Let's get that straight now, okay? And we're investing in all of America, reducing everyday costs while also lowering the deficit at the same time. Republicans are fiscally reckless, pushing tax cuts for the very wealthy that aren't paid for, and exploiting a deficit that is making inflation worse. Look, folks, Democrats are going to protect Social Security and Medicare. Republicans have been very clear. They've stated boldly that they want to cut Social Security and Medicare. And to the point that they'll shut down the government, they say, and send the nation into default, which raises prices for everyone if we do not cut Social Security and Medicare. I ain't gonna do it. We're gonna protect. Democrats are going to protect the fundamental rights and freedoms like the right to choose, the right to privacy, the right to vote, our very democracy. Republicans have already introduced legislation that will ban abortion with no exceptions to rape or incest or the life of the mother in many places. At the same time, Republicans are threatening to take away the constitutional right to marry the person you love. Just look at the facts. You don't need to imagine anything this time around. Look at what they're saying, and they're saying it out loud for everybody to hear. Let's go back and see what we inherited from Trump and the mega Republicans when we won the election when we came to office. We inherited a nation in crisis, the pandemic with no end, an economy on the brink, a national debt that they increased in their short time by $8 trillion. And because of the inaction of incompetence of the COVID was running and ruining American lives. Look at how far we've come. 20 months ago, COVID ruled our lives. Today, infections are down 80% from when we took office. ਰਿਸ਼ੀ ਸੁਨਕ ਹੁਣ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। 28 ਅਕਤੂਬਰ ਨੂੰ ਉਹਨਾਂ ਵੱਲੋਂ ਸਹੁੰ ਚੁੱਕੀ ਜਾਵੇਗੀ। ਪਿਛਲੇ ਦਿਨੀ ਨਵੀਂ ਚੁਣੀ ਗਈ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਵੱਲੋਂ 45 ਦਿਨ ਦੇ ਅੰਦਰ ਹੀ ਅਸਤੀਫਾ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਬਣਨ ਜਾ ਰਹੇ ਨੇ। ਕੌਣ ਹਨ ਰਿਸ਼ੀ ਸੁਨਕ, ਤੁਹਾਨੂੰ ਦੱਸਾਂਗੇ ਉਹਨਾਂ ਬਾਰੇ ਇਸ ਖਬਰ ਦੇ ਵਿੱਚ ਸਾਰੀ ਜਾਣਕਾਰੀ। ਬ੍ਰਿਟਿਸ਼ ਸੰਸਦ ਵੱਲੋਂ ਰਿਸ਼ੀ ਸੁਨਕ ਨੂੰ ਅਗਲਾ ਪ੍ਰਧਾਨ ਮੰਤਰੀ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਰਿਸ਼ੀ ਸੁਨਕ ਬ੍ਰਿਟੇਨ ਦੇ ਹੁਣ ਨਵੇਂ ਪ੍ਰਧਾਨ ਮੰਤਰੀ ਹੋਣਗੇ। ਉਹਨਾਂ ਵੱਲੋਂ ਆਪਣੇ ਅਹੁਦੇ ਵਾਸਤੇ 28 ਅਕਤੂਬਰ ਨੂੰ ਸਹੁੰ ਚੁੱਕੀ ਜਾਵੇਗੀ। ਇਸ ਤੋਂ ਪਹਿਲਾਂ ਪੈਨੀ ਮੌਰਡੌਟ, ਸਾਬਕਾ ਪੀਐਮ ਬੋਰਿਸ ਜੌਨਸਨ ਅਤੇ ਰਿਸ਼ੀ ਸੁਨਕ ਦੇ ਨਾਂ ਸਭ ਤੋਂ ਅੱਗੇ ਸਨ, ਪਰ ਬੋਰਿਸ ਜੌਨਸਨ ਦੇ ਪਿੱਛੇ ਹਟਣ ਤੋਂ ਬਾਅਦ ਦੋ ਲੋਕਾਂ ਵਿਚਾਲੇ ਟੱਕਰ ਸੀ ਤੇ ਆਖਿਰ ਵਿੱਚ ਪੈਨੀ ਵੀ ਪਿੱਛੇ ਹਟ ਗਏ ਤੇ ਸੁਨਕ ਦਾ ਰਸਤਾ ਸਾਫ਼ ਹੋ ਗਿਆ। ਰਿਸ਼ੀ ਨੂੰ 150 ਤੋਂ ਵੱਧ ਸੰਸਦ ਮੈਂਬਰਾਂ ਦੀ ਸਪੋਰਟ ਹਾਸਲ ਹੋਈ, ਜਦਕਿ ਪੈਨੀ ਨੂੰ ਸਿਰਫ 25 ਸੰਸਦ ਮੈਂਬਰਾਂ ਦਾ ਹੀ ਸਮਰਥਨ ਸੀ। ਦੱਸ ਦਈਏ ਕਿ ਪਿਛਲੇ ਹਫ਼ਤੇ ਲਿਜ਼ ਟਰੱਸ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ। ਇੱਥੇ ਵੀ ਦੱਸਣਯੋਗ ਹੈ ਕਿ ਰਿਸ਼ੀ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਦੇ ਵਿੱਚ ਟ੍ਰੈਜ਼ਰੀ ਚੀਫ ਰਹੇ ਹਨ। ਰਿਸ਼ੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਗੈਰ ਗੋਰੇ ਨਸਲ ਦੇ ਸ਼ਖਸ ਨੇ। 42 ਸਾਲ ਦੀ ਉਮਰ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ 200 ਸਾਲ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਹੋਣਗੇ। ਉਹਨਾਂ ਨੂੰ ਕਿੰਗ ਚਾਰਲਸ III ਦੁਆਰਾ ਸਰਕਾਰ ਬਣਾਉਣ ਵਾਸਤੇ ਕਿਹਾ ਜਾਵੇਗਾ। ਜ਼ਿਕਰਯੋਗ ਹੈ ਕਿ ਬੋਰਿਸ ਜੌਨਸਨ ਦੀ ਵਾਪਸੀ ਨਹੀਂ ਹੋ ਸਕੀ। ਬੋਰਿਸ ਜੌਨਸਨ ਵੱਲੋਂ ਐਤਵਾਰ ਰਾਤ ਨੂੰ ਡਰਾਮੈਟਿਕ ਤਰੀਕੇ ਦੇ ਨਾਲ ਲੀਡਰਸ਼ਿਪ ਰੇਸ ਛੱਡ ਦਿੱਤੀ ਗਈ। ਸਰਕਾਰ ਦੇ ਕਈ ਘੁਟਾਲਿਆਂ ਦੇ ਵਿੱਚ ਘਿਰਨ ਤੋਂ ਬਾਅਦ 3 ਮਹੀਨੇ ਪਹਿਲਾਂ ਬੋਰਿਸ ਜੌਨਸਨ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਵੀਕਐਂਡ ਦੌਰਾਨ ਬੋਰਿਸ ਨੇ ਆਪਣੀ ਵਾਪਸੀ ਵਾਸਤੇ ਕੰਜ਼ਰਵੇਟਿਵ ਐਮਪੀਜ਼ ਕੋਲ ਸਪੋਰਟ ਜੁਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਐਤਵਾਰ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 102 ਮੈਂਬਰਾਂ ਦੀ ਸਪੋਰਟ ਹੈ, ਪਰ ਉਹਨਾਂ ਤੋਂ ਵੱਧ ਸਮਰਥਨ ਰਿਸ਼ੀ ਕੋਲ ਹੈ। ਫਿਰ ਆਖਿਰ ਉਹਨਾਂ ਨੇ ਕਹਿ ਦਿੱਤਾ ਕਿ ਉਹ ਆਪਣੀ ਦਾਅਵੇਦਾਰੀ ਵਾਪਸ ਲੈ ਰਹੇ ਨੇ।
ਦੱਸ ਦਈਏ ਕਿ ਰਿਸ਼ੀ ਵੱਲੋਂ ਅਸਤੀਫਾ ਦਿੱਤੇ ਜਾਣ ਨੇ ਵੀ ਬੋਰਿਸ ਦੇ ਸੱਤਾ ਤੋਂ ਬਾਹਰ ਹੋਣ ਵਿੱਚ ਕਾਫੀ ਭੂਮਿਕਾ ਨਿਭਾਈ ਸੀ। ਇੱਥੇ ਵੀ ਦੱਸਣਯੋਗ ਹੈ ਕਿ ਪਿਛਲੀਆਂ ਕੰਜ਼ਰਵੇਟਿਵ ਚੋਣਾਂ ਦੇ ਵਿੱਚ ਰਿਸ਼ੀ ਲਿਜ਼ ਟਰੈਸ ਤੋਂ ਹਾਰ ਗਏ ਸਨ। ਹੁਣ ਟਰੈਸ ਵੱਲੋਂ ਵੀ ਰਿਸ਼ੀ ਨੂੰ ਪੂਰੀ ਸਪੋਰਟ ਦੇਣ ਦੀ ਗੱਲ ਕਹੀ ਗਈ ਸੀ। ਜੇਕਰ ਰਿਸ਼ੀ ਦੇ ਜੀਵਨ ਕਾਲ ਦੀ ਗੱਲ ਕੀਤੀ ਜਾਵੇ ਤਾਂ ਰਿਸ਼ੀ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਰਾਜਨੀਤੀ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਬ੍ਰਿਟੇਨ ਆਉਣ ਤੋਂ ਪਹਿਲਾਂ ਸਾਲ 2015 ਦੇ ਵਿੱਚ ਰਿਸ਼ੀ ਰਿਚਮੰਡ ਯਾਰਕਸ਼ਾਇਰ ਤੋਂ ਕੰਜ਼ਰਵੇਟਿਵ ਐਮਪੀ ਬਣੇ। ਸਾਲ 2016 ਦੇ ਵਿੱਚ ਬ੍ਰੈਗਜ਼ਿਟ ਰਾਇਸ਼ੁਮਾਰੀ ਦੌਰਾਨ ਉਹਨਾਂ ਨੇ ਯੂਰਪੀਅਨ ਯੂਨੀਅਨ ਤੋਂ ਬਾਹਰ ਹੋਣ ਦੀ ਸਪੋਰਟ ਕੀਤੀ ਸੀ। ਰਿਸ਼ੀ ਨੂੰ ਕੁਝ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ। ਲਾਕਡਾਊਨ ਹਟਾਉਣ ਤੋਂ ਬਾਅਦ ਰੈਸਟੋਰੈਂਟ ਵਿੱਚ ਲੋਕਾਂ ਨੂੰ ਖਾਣ ਵਾਸਤੇ ਉਤਸ਼ਾਹਿਤ ਕਰਨ ਵਾਲੀ ਰਿਸ਼ੀ ਦੀ ਮੁਹਿੰਮ ਤੇ ਕੋਵਿਡ ਦੀ ਦੂਸਰੀ ਵੇਵ ਦਾ ਦੋਸ਼ ਲਗਾਇਆ ਗਿਆ। ਕੁਝ ਆਲੋਚਕਾਂ ਨੇ ਕਿਹਾ ਕਿ ਰਿਸ਼ੀ ਇੱਕ ਬੇਹੱਦ ਦੌਲਤਮੰਦ ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਇਸ ਕਾਰਨ ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ਬਾਰੇ ਉਹਨਾਂ ਨੂੰ ਸਮਝ ਨਹੀਂ ਹੈ। ਅਮਰੀਕਾ ਵੱਲੋਂ 2 ਵਿਅਕਤੀਆਂ ਦੇ ਉੱਪਰ ਕਾਰਵਾਈ ਕੀਤੀ ਗਈ ਜਿਹੜੇ ਕਿ ਚਾਈਨੀਜ਼ ਜਾਸੂਸ ਦੱਸੇ ਜਾ ਰਹੇ ਨੇ। ਹੁਣ ਇਸ ਮਾਮਲੇ ਬਾਰੇ ਅਧਿਕਾਰੀਆਂ ਵੱਲੋਂ ਡਿਟੇਲ ਸਾਂਝੀ ਕੀਤੀ ਗਈ। ਕਿਹੜਾ ਮਾਮਲਾ, ਇਸ ਬਾਰੇ ਕੀ ਹੈ ਜਾਣਕਾਰੀ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਚਾਈਨੀਜ਼ ਜਾਸੂਸ ਦੇ ਤੌਰ ਤੇ ਉੱਪਰ 2 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਇਸ ਬਾਰੇ ਕੋਰਟ ਡਾਕੂਮੈਂਟਸ ਤੋਂ ਜਾਣਕਾਰੀ ਮਿਲੀ ਹੈ। ਇਸ ਪੂਰੇ ਕੇਸ ਦੇ ਨਾਲ ਅਧਿਕਾਰੀਆਂ ਵੱਲੋਂ ਜਾਣੂ ਕਰਵਾਇਆ ਗਿਆ, ਜਿੱਥੇ ਦੱਸਿਆ ਗਿਆ ਕਿ ਪੂਰਾ ਮਾਮਲਾ ਕੀ ਸੀ ਤੇ ਕਿਹੜੇ 2 ਚਾਈਨੀਜ਼ ਸਸਪੈਕਟਸ ਦੇ ਉੱਪਰ ਉਹਨਾਂ ਵੱਲੋਂ ਚਾਰਜਸ ਲਗਾਏ ਗਏ। ਇਸ ਬਾਰੇ ਕੀ ਕਹਿਣਾ ਹੈ ਅਧਿਕਾਰੀਆਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। Earlier today, in the Eastern District of New York, a complaint was unsealed charging 2 PRC intelligence officers with attempting to obstruct, influence, and impede a criminal prosecution of a PRC-based telecommunications company. The complaint alleges that in 2019, the defendants directed an employee at a U.S. government law enforcement agency to steal confidential information about the United States criminal prosecution of the company. The defendants believed that they had recruited the U.S. employee as an asset, but in fact, the individual they recruited was actually a double agent working on behalf of the FBI. As the complaint alleges, the defendants paid a bribe to the double agent to obtain non-public information, including files from the U.S. Attorney's Office in the Eastern District. They did so in the hope of obtaining the prosecution's strategy memo, confidential information regarding witnesses, trial evidence, and potential new charges to be brought against the company. The double agent provided the defendants with documents that appeared to present some of the information they sought. In fact, the documents were prepared by the U.S. government for the purpose of this investigation and did not reveal actual meetings, communications, or strategies. This was an egregious attempt by PRC intelligence officers to shield a PRC-based company from accountability and to undermine the integrity of our judicial system. ਨਾਰਥ ਕੈਰੋਲੀਨਾ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਹੈ, ਜਿੱਥੇ 6 ਜਾਣਿਆਂ ਨੂੰ ਗੋਲੀ ਲੱਗੀ ਤੇ 6 ਜਾਣੇ ਜ਼ਖਮੀ ਹੋ ਗਏ ਨੇ। ਇਹਨਾਂ ਵਿੱਚ ਇੱਕ ਟੌਡਲਰ ਵੀ ਸ਼ਾਮਿਲ ਹੈ ਜੋ ਕਿ ਗੋਲੀਬਾਰੀ ਦੀ ਇਸ ਘਟਨਾ ਦੇ ਵਿੱਚ ਜ਼ਖਮੀ ਹੋਇਆ। ਅਧਿਕਾਰੀਆਂ ਵੱਲੋਂ ਜੇ ਪੀੜਤਾ ਦੇ ਨਾਮ ਜਨਤਕ ਨਹੀਂ ਕੀਤੇ ਗਏ, ਉਹਨਾਂ ਨੇ ਕੀ ਡਿਟੇਲ ਦਿੱਤੀ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਨਾਰਥ ਕੈਰੋਲੀਨਾ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਹੈ, ਜਿਸ ਦੀ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੇ ਇਸ ਮਾਮਲੇ ਦੇ ਵਿੱਚ 6 ਜਾਣੇ, ਜਿਸ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਿਲ ਹੈ, ਉਹ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਇਸ ਮਾਮਲੇ ਦੇ ਬਾਰੇ ਅਧਿਕਾਰੀਆਂ ਨੂੰ 9:30 ਦੇ ਕਰੀਬ ਪਤਾ ਚੱਲਿਆ। ਜਦੋਂ ਆਕਸਫੋਰਡ ਪੁਲਿਸ ਆਫੀਸਰਸ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ, ਇੱਥੇ ਉਹਨਾਂ ਨੇ ਦੇਖਿਆ ਕਿ 6 ਜਾਣਿਆਂ ਨੂੰ ਗੋਲੀਆਂ ਲੱਗੀਆਂ ਸਨ। ਆਫੀਸਰਸ ਵੱਲੋਂ ਇਸ ਦੀ ਜਾਣਕਾਰੀ ਫੇਸਬੁੱਕ ਦੇ ਉੱਪਰ ਵੀ ਸਾਂਝੀ ਕੀਤੀ ਗਈ ਹੈ। ਪੀੜਤਾਂ ਦੀ ਉਮਰ 18 ਤੋਂ 64 ਸਾਲ ਦੇ ਵਿਚਕਾਰ ਦੱਸੀ ਗਈ, ਜਿਨ੍ਹਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਇਹਨਾਂ ਵਿੱਚੋਂ ਕਿਸ ਪੀੜਤ ਦੀ ਹਾਲਤ ਕਿਸ ਤਰ੍ਹਾਂ ਹੈ, ਇਸ ਬਾਰੇ ਅਜੇ ਆਫੀਸਰਸ ਵੱਲੋਂ ਕੋਈ ਵੀ ਸਪਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਗੋਲੀਬਾਰੀ ਦੇ ਇਸ ਮਾਮਲੇ ਦੀ ਆਕਸਫੋਰਡ ਪੁਲਿਸ ਅਤੇ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਇਸ ਬਾਰੇ ਅਜੇ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਤੇ ਨਾ ਹੀ ਪੀੜਤਾਂ ਦੇ ਨਾਮ ਦੱਸੇ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਉਹ ਸਾਂਝੀ ਕਰਨਗੇ। ਮੌਂਕੀਪੌਕਸ ਵਾਇਰਸ ਦੀ ਅਮਰੀਕਾ ਦੇ ਵਿੱਚ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਕਿਹੜੇ ਸੂਬੇ ਤੋਂ ਹੁਣ ਤੱਕ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ, ਇਸ ਬਾਰੇ ਸਾਰੀ ਡਿਟੇਲ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਮੌਂਕੀਪੌਕਸ ਵਾਇਰਸ ਦੇ ਮਾਮਲੇ ਕਾਫੀ ਘਟ ਗਏ ਨੇ। ਅਗਸਤ ਮਹੀਨੇ ਦੇ ਵਿੱਚ ਇਸ ਦੀ ਪੀਕ ਦੇਖਣ ਨੂੰ ਮਿਲੀ ਸੀ। ਅਮਰੀਕਾ ਤੋਂ ਮੌਂਕੀਪੌਕਸ ਵਾਇਰਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਹੁਣ ਤੱਕ ਕਿਹੜੇ ਸੂਬੇ ਤੋਂ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਪਹਿਲਾਂ ਦੇ ਮੁਕਾਬਲੇ ਇਹਨਾਂ ਅੰਕੜਿਆਂ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਅਗਸਤ ਮਹੀਨੇ ਅਮਰੀਕਾ ਦੇ ਵਿੱਚ ਮੌਂਕੀਪੌਕਸ ਵਾਇਰਸ ਦੀ ਪੀਕ ਦੇਖਣ ਨੂੰ ਮਿਲੀ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਡਿਸਟ੍ਰਿਕਟ ਆਫ ਕੋਲੰਬੀਆ ਵਿੱਚੋਂ 497, ਨਿਊਯਾਰਕ 3948, ਜਾਰਜੀਆ 1815, ਕੈਲੀਫੋਰਨੀਆ 5010, ਫਲੋਰੀਡਾ 2543, ਮੈਰੀਲੈਂਡ 662, ਇਲੀਨੋਇਸ 1315, नेवाडा 267, टेक्सास 2372, न्यू जर्सी 720, वाशिंगटन 600, रोड आइलैंड 74, एरिजोना 474, पेंसिल्वेनिया 773, मैसाचुसेट्स 402, पोर्टोरिको 183, वर्जीनिया 484, लुजियाना 254, नॉर्थ कैरोलिना 566, ऑरिगन 216, यूटा 161, कोलोराडो 278, टेनेसी 309, मिनीसोटा 202, इंडियाना 234, साउथ कैरोलिना 172, मिसिसिपी 87, मिशिगन 266, अलाबामा 130, हायो 281, हवाई 34, न्यू हैम्पशायर 30, न्यू मैक्सिको 42, अरकानसास 59, नेब्रास्का 29, विस्कॉन्सिन 76, केंटुकी 56, ओक्लाहोमा 43, नॉर्थ डकोटा 6, वायोमिंग 4, अलास्का 5, वेस्ट वर्जीनिया 12, मोंटाना 6, कैंसस 14, वेरमोंट 3, साउथ डकोटा 2 मॉन्कीपॉक्स वायरस के मामले दर्ज किए जा चुके हैं ਤੇ ਇਸ ਬਾਰੇ ਹੁਣ ਅਮਰੀਕਾ ਤੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ।